ਇਹ ਗੱਲ ਕਹੀ ਜਾਂਦੀ ਹੈ ਕਿ ਇਹ ਤਾਂ ਸਿੱਖ ਵਰਸਸ ਕਾਮਰੇਡ ਆ, ਤੁਹਾਨੂੰ ਵੀ ਕਿਹਾ ਜਾਂਦਾ ਵੀ ਇਹ ਵੀ ਕਾਮਰੇਡ ਨੇ, ਰਾਜੇਵਾਲ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ। ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਕਿਸਾਨੀ ਅੰਦੋਲਨ 'ਚ ਹੈ, ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਠੁੱਸ ਹੋਈਆਂ ਪਈਆਂ, ਉਹਨਾਂ ਦੀ ਹੋਂਦ ਨੂੰ ਖਤਰਾ ਹੈ। ਉੱਥੋਂ ਉੱਠੀ ਹੋਈ ਗੱਲ ਹੈ। ਕਿੱਤੇ ਦੇ ਵਿੱਚ ਤਾਂ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ, ਸਾਰੇ ਵਿਚਾਰਾਂ ਦੇ ਲੋਕ ਆਉਂਦੇ ਨੇ। ਇੱਥੇ ਤਾਂ ਕੋਈ ਸਵਾਲ ਹੀ ਨਹੀਂ ਸਾਡੇ ਤਾਂ ਵੀ ਕੌਣ ਕੀ ਹੈ, ਅਸੀਂ ਤਾਂ ਸਾਰੇ ਕਿਸਾਨ ਹਾਂ। ਮੈਂ ਤੇ ਰਾਜੇਵਾਲ ਦੇ ਵਿਚਾਰਾਂ ਦਾ ਬਹੁਤ ਫਰਕ ਹੈ ਸਾਡਾ। ਉਹ ਚੋਣਾਂ ਦੇ ਵਿੱਚ ਕਿਸੇ ਦੀ ਸਪੋਰਟ ਕਰਦੇ ਨੇ, ਅਸੀਂ ਕਰਦੇ ਨਹੀਂ। ਉਹ ਵਿਸ਼ਵ ਵਪਾਰ ਸੰਸਥਾ ਦੇ ਨੀਤੀਆਂ ਦੀ ਪਹਿਲਾਂ ਵਿਰੋਧ ਕਰਦੇ ਸੀ, ਹੁਣ ਸਾਡੇ ਪੱਖ ਕਰਦੇ ਨੇ। ਸਾਡੇ ਆਪਸ ਵਿੱਚ ਜਥੇਬੰਦਕ ਮਤਭੇਦ ਬਹੁਤ, ਪਰ ਇਸ ਇਸ਼ੂ 'ਤੇ ਅਸੀਂ ਬਿਲਕੁਲ ਇਕੱਠੇ ਹਾਂ। ਭਗਤ ਰਵਿਦਾਸ ਨੇ ਕਿਹਾ, ਐਸਾ ਚਾਹੂੰ ਰਾਜ ਮੈਂ ਮਿਲੇ ਸਭੀ ਕਿਉਂ ਆਨ। ਇਹ ਗੱਲ ਕਮਿਊਨਿਸਟ ਥਿਊਰੀ ਵਾਲਾ ਕੀ ਕਹਿੰਦੇ ਵੀ ਅਸੀਂ ਵੀ ਤਾਂ ਇਹ ਕਹਿਣਾ ਵੀ ਸਾਰਿਆਂ ਨੂੰ ਰਜਮੀ ਰੋਟੀ ਮਿਲਣੀ ਚਾਹੀਦੀ, ਬਰਾਬਰਤਾ ਹੋਣੀ ਚਾਹੀਦੀ, ਕਾਣੀ ਵੰਡਣੀ ਹੋਣੀ ਚਾਹੀਦੀ। ਬਾਬੇ ਨਾਨਕ ਨੇ ਵੀ ਕਿਹਾ, ਰਾਜੇ ਸੀ ਮੁਕੱਦਮ ਕੁੱਤੇ। ਜਦੋਂ ਕਾਨੂੰਨਾਂ ਦੇ ਖਿਲਾਫ ਲੜਾਈ 'ਚ ਸਾਡੇ ਨਾਲ ਮੋਢਾ ਲਾ ਕੇ ਖੜ੍ਹਿਆ ਕੋਈ, ਉਹ ਸਿੱਖ ਹੈ ਕਿ ਮੁਸਲਮਾਨ ਹੈ, ਸਾਨੂੰ ਕੀ ਉਹਦਾ ਕਿਹੜਾ ਧਰਮ ਅਸੀਂ ਕਿਉਂ ਪੁੱਛੀਏ, ਉਹਦੀ ਕਿਹੜੀ ਜਾਤ ਅਸੀਂ ਕਿਉਂ ਪੁੱਛੀਏ। ਉਹ ਸਾਡੇ ਕਾਨੂੰਨਾਂ ਦੀ ਲੜਾਈ ਦੇ ਵਿੱਚ ਸਾਡੇ ਬਰਾਬਰ ਖੜ੍ਹਾ ਹੈ, ਸਾਡਾ ਤਾਂ ਭਰਾ ਹੈ। ਅਸੀਂ ਤਾਂ ਛਾਤੀ ਨਾਲ ਲਾਉਂਦੇ ਹਾਂ। ਸਿੱਖ ਵਰਸਸ ਕਮਿਊਨਿਸਟ ਦੀ ਲੜਾਈ ਇਸ ਗੱਲ ਨਾਲ ਮਿਟਦੀ ਜੇ ਮੈਂ ਕੱਲ੍ਹ ਅੰਮ੍ਰਿਤ ਛਕ ਲਾਂ। ਮੇਰੀ ਬੇਟੀ ਹੈ, ਉਹਨੇ ਅੰਮ੍ਰਿਤ ਛਕਿਆ ਹੋਇਆ, ਉਹ ਕਮਿਊਨਿਸਟ ਦੀ ਬੇਟੀ ਹੈ, ਹੁਣ ਹਟ ਗਈ ਉਹ ਕਮਿਊਨਿਸਟ ਦੀ ਬੇਟੀ, ਹੁਣ ਸਿੱਖਾਂ ਦੀ ਬੇਟੀ ਬਣ ਗਈ। ਇਸ ਕਰਕੇ ਇਹ ਪ੍ਰਚਾਰ ਹੈ ਜਿਹੜਾ, ਇਹ ਖਾਮਖਾ ਬਦਨਾਮ ਕਰਨ ਤੇ ਲੜਾਈ ਪਾ ਕੇ ਫੁੱਟ ਪਾਉਣ ਦੀ, ਲੋਕਾਂ ਨੂੰ, ਇਹ ਜਿਹੜੇ ਨੌਜਵਾਨ ਹਿੱਸੇ ਨੂੰ ਗੁੰਮਰਾਹ ਕਰਨ ਦੀ ਖਾਤਰ ਇਹ ਕੀਤਾ। ਪਰ ਪ੍ਰਚਾਰਿਆ ਇਹ ਜਾ ਰਿਹਾ ਵੀ ਨੌਜਵਾਨ ਜਥੇਬੰਦੀਆਂ ਨਾਲ ਹੈ। ਦੇਖੋ, ਨੌਜਵਾਨਾਂ ਤੋਂ ਬਗੈਰ ਜਥੇਬੰਦੀਆਂ ਨਹੀਂ ਚੱਲਦੀ, ਪਰ ਨੌਜਵਾਨ ਦਾ ਕੋਈ ਇੱਕ ਠੇਕੇਦਾਰ ਹੋਵੇ, ਇਹ ਕੋਈ ਇਹ ਕਹਿ ਸਕਦਾ ਹੋਵੇ ਪੂਰੀ ਪੰਜਾਬੀ ਦਾ ਮੈਂ, ਪੂਰੀ ਨੌਜਵਾਨੀ ਦਾ ਮੈਂ ਵਾਰਸ ਹਾਂ। ਜੇ ਕੋਈ ਇਸ ਗੱਲ ਦੀ ਗਰੰਟੀ ਕਰਦਾ, ਬਾਈ ਤੂੰ ਲੱਭ ਲਿਆ, ਜੇ ਤੂੰ ਕੋਈ ਨੌਜਵਾਨੀ ਦੀ ਗਰੰਟੀ ਕਰਦਾ ਵੀ ਸਾਰੀ ਨੌਜਵਾਨੀ ਮੇਰੇ ਨਾਲ ਹੈ, ਗਲ 'ਚ ਪੱਲੂ ਪਾ ਕੇ ਪੈਰੀਂ ਹੱਥ ਲਾ ਕੇ ਅਸੀਂ ਉਹਦੇ ਮਗਰ ਲੱਗਾਂਗੇ। ਬਾਈ ਲਿਆ ਦੇ ਇੱਕ, ਲਿਆ ਦੇ। ਜੇ ਕੋਈ ਬੰਦਾ ਇਹ ਕਹਿੰਦਾ ਵੀ ਜੇ ਲੀਡਰੋ ਤੁਸੀਂ ਕਾਨੂੰਨ ਰੱਦ ਕਰਾਏ ਤੋਂ ਬਗੈਰ ਮੁੜੇ, ਤੁਹਾਡੇ ਨਾਲ ਸੰਤ ਹਰਚੰਦ ਵਾਲੀ ਬਣੂਗੀ। ਸੰਤ ਹਰਚੰਦ ਸਿੰਘ ਦੇ ਸਟੇਜ 'ਤੇ ਗੋਲੀ ਮਾਰ ਕੇ ਡਿੱਗਿਆ ਸੀ। ਇਹਦਾ ਮਤਲਬ ਵੀ ਜੇ ਸਾਡੇ ਕੋਲੋਂ ਕਾਨੂੰਨ ਨਾ ਵਾਪਸ ਕਰਵਾਏ ਗਏ ਸਾਰੇ, ਫਿਰ ਅਸੀਂ ਤਿਆਰ ਹੋਈਏ ਗੋਲੀ ਦਾ ਨਿਸ਼ਾਨਾ ਬਣਨ ਉਹਨਾਂ ਦਾ, ਮਾਰਨਗੇ ਸਾਨੂੰ। ਫਿਰ 2 ਸਾਲ ਲੱਤਾਂ ਘੜੀਸ ਕੇ ਮਰ ਕੇ, ਸਰਕਾਰ ਦਾ ਜਬਰ ਝੱਲ ਕੇ ਮਰਨ ਨਾਲੋਂ ਅਸੀਂ ਕੱਲ੍ਹ ਨੂੰ ਅੰਦੋਲਨ ਖਤਮ ਕਰਕੇ ਕਿਉਂ ਨਾ ਕਹਦੇ ਵੀ ਯਾਰ ਸਾਡਾ ਤਾਂ ਕਰੋ ਲਿਆ। ਕਿਸੇ ਨੂੰ ਦੀਪ ਸਿੱਧੂ ਚੰਗਾ ਲੱਗਦਾ ਹੋ, ਕਿਸੇ ਨੂੰ ਡੱਕਾ ਸਿਧਾਣਾ ਚੰਗਾ ਲੱਗਦਾ ਹੋ, ਕਿਸੇ ਨੂੰ ਜਥੇਬੰਦੀਆਂ ਚੰਗੀਆਂ ਲੱਗਦੀਆਂ ਨੇ, ਕਿਸੇ ਨੂੰ ਸੁਖਬੀਰ ਬਾਦਲ ਚੰਗਾ ਲੱਗਦਾ, ਕਿਸੇ ਨੂੰ BJP ਦੀ ਸਿਆਸਤ ਚੰਗੀ ਲੱਗਦੀ ਹੈ। ਅੱਡ ਅੱਡ ਵਿਚਾਰਾਂ ਦੇ ਲੋਕ ਨੇ, ਅੱਡ ਅੱਡ ਵਿਚਾਰਾਂ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਹੈ। ਇਹਨੂੰ ਇੱਕ ਨੇ ਤਾਂ ਕੋਈ ਇਹਦਾ ਨਹੀਂ ਮਾਲਕ ਨਹੀਂ ਬਣ ਸਕਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਵਰੀਤ ਸਿਵੀਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਕਿਸਾਨੀ ਅੰਦੋਲਨ ਬਾਰ-ਬਾਰ ਕਹਿਣੇ ਆ ਪਹਿਲਾਂ ਨਾਲੋਂ ਵਧਿਆ। ਤੁਸੀਂ ਆਓਗੇ ਜਦੋਂ, ਆਪ ਦੇਖ ਲਓ ਕਿੰਨੀਆਂ ਆਸੇ-ਪਾਸੇ ਜਿਹੜੀਆਂ ਟਰਾਲੀਆਂ ਵਧੀਆਂ ਹਰਿਆਣੇ ਵਾਲੇ, ਤੇ ਹੁਣ ਤਾਂ ਰਾਜਸਥਾਨ ਦੇ ਵਿੱਚ ਵੀ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਕਿ ਇਹਦਾ ਦਾਇਰਾ ਦਿਨੋਂ ਦਿਨ ਵੱਧ ਰਿਹਾ। ਪਰ ਜੇ ਪੰਜਾਬ ਦੀ ਅੱਜ ਆਪਾਂ ਗੱਲ ਕਰੀਏ ਨਾ, ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੌਲਾ ਬਹੁਤ ਹੈ ਜਿਹੜਾ ਲੋਕਾਂ 'ਚ ਆ ਕੇ ਵੱਖਰੀ ਤਸਵੀਰ ਦਿਸਦੀ ਹੈ, ਪਰ ਸੋਸ਼ਲ ਮੀਡੀਆ 'ਤੇ ਇੱਕ ਰੌਲਾ ਦਿਸਦਾ। ਲੱਗਦਾ ਵੀ ਇੱਕ ਧਿਰ ਇਹਨੂੰ ਇਹ ਬਣਾਉਣਾ ਚਾਹੁੰਦੀ ਹੈ ਕਿ ਇਹ ਲੜਾਈ ਅਸਲ ਦੇ ਵਿੱਚ ਕਾਮਰੇਡ ਵਰਸਸ ਸਿੱਖ ਆ। ਬਾਰ-ਬਾਰ ਕਿਸਾਨ ਆਗੂਆਂ ਨੂੰ ਉੱਥੇ ਸਵਾਲ ਕੀਤੇ ਜਾਂਦੇ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਮੇਰੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਨੇ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ, ਸਭ ਤੋਂ ਪਹਿਲਾ ਸਵਾਲ ਆ, ਇਹ ਲੜਾਈ ਕਿਹਦੀ ਆ, ਕਿਹਦੇ ਵਰਸਸ ਹੈ? ਕਿਉਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਤਾਂ ਸਿੱਖ ਵਰਸਸ ਕਾਮਰੇਡ ਆ, ਤੁਹਾਨੂੰ ਵੀ ਕਿਹਾ ਜਾਂਦਾ ਵੀ ਇਹ ਵੀ ਕਾਮਰੇਡ ਨੇ, ਰਾਜੇਵਾਲ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ। ਕੀ ਵਾਕਈ ਇਹ 'ਚ ਕੁਛ ਹੈ, ਲੜਾਈ ਹੈ ਤੁਹਾਡੀਆਂ ਵਿਚਾਰਧਾਰਾ ਦੀ, ਕਿੱਧਰਲੇ ਪਾਸੇ ਗੱਲ ਹੈ? ਦੇਖੋ,
ਲੜਾਈ ਹੈਗੀ ਕਿਸਾਨਾਂ ਤੇ ਬੀਜੇਪੀ ਸਰਕਾਰ ਦੀ। ਕਿੱਤੇ ਦੀ ਲੜਾਈ, ਸਟੇਟ ਨਾਲ ਲੜਾਈ। ਕਿੱਤੇ ਦੇ ਵਿੱਚ ਤਾਂ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ, ਸਾਰੇ ਵਿਚਾਰਾਂ ਦੇ ਲੋਕ ਆਉਂਦੇ ਨੇ। ਇੱਥੇ ਤਾਂ ਕੋਈ ਸਵਾਲ ਹੀ ਨਹੀਂ ਸਾਡੇ ਤਾਂ ਵੀ ਕੌਣ ਕੀ ਹੈ। ਅਸੀਂ ਤਾਂ ਸਾਰੇ ਕਿਸਾਨ ਆ। ਕਿਸੇ ਦੇ ਵਿਚਾਰ ਕੀ ਨੇ, ਵਿਚਾਰ ਰੱਖਣਾ, ਤੁਹਾਡੇ ਵਿਚਾਰ ਕੁਛ ਵੀ ਹੋ ਸਕਦੇ ਨੇ, ਮੇਰੇ ਵਿਚਾਰ ਕੁਛ ਵੀ ਹੋ ਸਕਦੇ ਨੇ। ਆਪਣੀ ਇਸ ਗੱਲ ਤੇ ਸਾਂਝ ਹੈ ਵੀ ਅਸੀਂ ਕਾਨੂੰਨਾਂ ਦੇ ਖਿਲਾਫ ਇਕਜੁੱਟ ਹਾਂ। ਮੈਂ ਤੇ ਰਾਜੇਵਾਲ ਦੇ ਵਿਚਾਰਾਂ ਦਾ ਬਹੁਤ ਫਰਕ ਹੈ ਸਾਡਾ। ਉਹ ਚੋਣਾਂ ਦੇ ਵਿੱਚ ਕਿਸੇ ਦੀ ਸਪੋਰਟ ਕਰਦੇ ਨੇ, ਅਸੀਂ ਕਰਦੇ ਨਹੀਂ। ਉਹ ਵਿਸ਼ਵ ਵਪਾਰ ਸੰਸਥਾ ਦੇ ਨੀਤੀਆਂ ਦੀ ਪਹਿਲਾਂ ਵਿਰੋਧ ਕਰਦੇ ਸੀ, ਹੁਣ ਸਾਡੇ ਪੱਖ ਕਰਦੇ ਨੇ। ਸਾਡੇ ਆਪਸ ਵਿੱਚ ਜਥੇਬੰਦਕ ਮਤਭੇਦ ਬਹੁਤ ਨੇ, ਪਰ ਇਸ ਇਸ਼ੂ 'ਤੇ ਅਸੀਂ ਬਿਲਕੁਲ ਇਕੱਠੇ ਹਾਂ। ਇੱਥੇ ਤਾਂ ਕੋਈ ਸਵਾਲ ਹੀ ਨਹੀਂ ਹੈ। ਕਿੰਨੀਆਂ ਕਮਿਊਨਿਸਟ ਪਾਰਟੀਆਂ ਦੇ ਬੰਦੇ ਜਿਹੜੀਆਂ ਜਥੇਬੰਦੀਆਂ ਨੇ ਵਿੱਚ ਸਾਡੇ ਨਾਲ ਨੇ, ਉਹ ਕਦੇ ਸਾਡਾ ਸਵਾਲ ਨਹੀਂ ਉੱਠਿਆ ਵੀ ਤੁਸੀਂ ਤਾਂ ਕਮਿਊਨਿਸਟ ਪਾਰਟੀ, ਤੁਹਾਡੀ ਤਾਂ ਪੱਛਮੀ ਬੰਗਾਲ 'ਚ, ਕੇਰਲਾ 'ਚ ਸਰਕਾਰ ਹੈ, ਤੁਸੀਂ ਅੰਦੋਲਨ 'ਚ ਕਿਉਂ ਆਏ ਹੋ? ਕੋਈ ਸਵਾਲ ਨਹੀਂ। ਕਿੰਨੀਆਂ ਸਿੱਖ ਸੰਸਥਾਵਾਂ ਦੇ ਵਿੱਚ ਨਾਲ ਸੰਬੰਧ ਰੱਖਦੇ ਬੰਦੇ ਨੇ ਜਿਹੜੇ ਇੱਥੇ ਅੰਦੋਲਨ 'ਚ ਆਏ ਹੋਏ ਨੇ, ਕਿਸਾਨ ਜਥੇਬੰਦੀਆਂ ਬਣੀਆਂ ਹੋਈਆਂ ਨੇ। ਇਸ ਗੱਲ ਦਾ ਕਦੇ ਸਵਾਲ ਹੀ ਨਹੀਂ ਉੱਠਿਆ ਵੀ ਤੁਸੀਂ ਸਿੱਖ ਸੰਸਥਾ ਨਾਲ ਕਿਉਂ ਜੁੜੇ ਹੋਏ ਹੋ। ਜਿਹੜੀਆਂ ਸੰਸਥਾਵਾਂ ਕਿਸੇ ਵੀ ਨਾਲ ਧਰਮ ਨਾਲ ਜੁੜੀਆਂ ਹੋਈਆਂ ਨੇ, ਕਿਸੇ ਸਿਆਸਤ ਨਾਲ ਜੁੜੀਆਂ ਹੋਈਆਂ ਨੇ, ਹੈ ਉਹ ਕਿਸਾਨਾਂ ਦੀਆਂ ਜਥੇਬੰਦੀਆਂ, ਉਹ ਕਾਨੂੰਨਾਂ ਦਾ ਵਿਰੋਧ ਕਰਦੀਆਂ ਨੇ। ਉਹ ਸਾਰੇ ਇਕੱਠੇ ਹਾਂ, ਸਾਰਾ ਪੰਜਾਬ ਇਕੱਠਾ ਹੈ। ਇਹ ਜਿਹੜੀ ਉੱਠੀ ਹੈ ਗੱਲ, ਇਹ ਪਹਿਲਾਂ ਨਹੀਂ ਉੱਠੀ, ਇਹ ਤਾਂ 26 ਤੋਂ ਬਾਅਦ ਉੱਠੀ ਹੈ ਪੰਜਾਬ ਦੇ ਵਿੱਚ। ਜੇ ਹੁਣ ਇਹਨੂੰ ਪ੍ਰਚਾਰਿਆ ਜਾਂਦਾ ਬੀਜੇਪੀ ਦਾ ਆਈਟੀ ਸੈੱਲ ਹੈ ਇਹ, ਬੀਜੇਪੀ ਵੱਲੋਂ ਇਹ ਪ੍ਰਚਾਰ ਇੱਧਰ ਵਿੱਢਿਆ ਜਾਵੇ ਸਿੱਖ ਵਰਸਸ ਕਮਿਊਨਿਸਟ ਬਣਾਓ ਇਹਨੂੰ। ਸਿੱਖਾਂ ਤੇ ਕਮਿਊਨਿਸਟਾਂ ਦਾ ਤਾਂ ਕੋਈ ਰੌਲਾ ਹੀ ਨਹੀਂ। ਕੀ ਰੌਲਾ ਭਲਾ ਸਿੱਖਾਂ ਤੇ ਕਮਿਊਨਿਸਟ ਦਾ? ਜੇ ਕਿਸੇ ਦਾ ਰਜਿੰਦਰ ਨਾਲ ਰੌਲਾ ਹੈ ਤਾਂ ਉਹਨੂੰ ਕਹਿ ਰਿਹਾ ਕਮਿਊਨਿਸਟ। ਕੋਈ ਇੱਕ ਬੰਦੇ ਨਾਲ ਰੌਲਾ ਹੋ ਸਕਦਾ, ਇੱਕ ਜਥੇਬੰਦੀ ਦਾ ਕਿਸੇ ਜਥੇਬੰਦੀ ਨਾਲ ਰੌਲਾ ਹੋ ਸਕਦਾ ਹੈ। ਇਹ ਸਾਰੇ ਅੰਦੋਲਨ ਦਾ ਰੌਲਾ ਸਿੱਖ ਵਰਸਸ ਕਮਿਊਨਿਸਟ ਕਿਵੇਂ ਬਣ ਗਿਆ? ਕੋਈ ਕਹਿ ਸਕਦਾ? ਸਾਡੇ ਵਿੱਚ ਤੁਸੀਂ ਜਾਓ ਪੰਡਾਲ 'ਚ, ਮੇਰੇ ਤੇ ਇਹ ਫੱਟਾ ਲਾਉਂਦੇ ਨੇ ਕਮਿਊਨਿਸਟ ਦਾ। ਸਾਡੇ ਕਿੰਨੇ ਲੋਕ ਨੇ ਜਿਹੜੇ ਅੰਮ੍ਰਿਤਧਾਰੀ ਨੇ? ਮੈਨੂੰ ਕਹਿ ਸਕਦਾ ਕੋਈ? ਇਹੀ ਤਾਂ ਅਸੀਂ ਦੇਖਦੇ ਹਾਂ ਵੀ ਜਿਹੜੇ ਤੁਹਾਡੇ ਫਿਰ ਲੋਕ ਹੈ, ਉਹਨਾਂ 'ਚ ਤਾਂ ਬਹੁਤ ਗਿਣਤੀ ਅੰਮ੍ਰਿਤਧਾਰੀਆਂ ਦੀ ਵੀ ਹੈ। ਆਖਰ ਮੰਤਵ ਕੀ ਆ ਫਿਰ? ਇਹ ਕਿਉਂ? ਲੋਕ ਨਹੀਂ, ਸਾਡੇ ਅਹੁਦੇਦਾਰ ਨੇ। ਉਹ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ, ਉਹਨੂੰ ਤੁਸੀਂ ਕੀ ਕਹੋਗੇ? ਸਿੱਖ ਨਹੀਂ ਕਹਿੰਦੇ ਉਹਨੂੰ ਤੁਸੀਂ? ਤੁਹਾਡੀ ਆਪਦੀ ਆਤਮਾ ਕੀ ਕਹੋਗੀ? ਉਹ ਸਿੱਖ ਦੇਖਣ 'ਚ ਸਿੱਖ ਨਹੀਂ ਲੱਗਦਾ ਤੁਹਾਨੂੰ? ਮੈਂ ਸਿੱਖ ਨਹੀਂ ਲੱਗਦਾ ਦੇਖਣ 'ਚ? ਜਦੋਂ ਮੈਂ ਬਾਹਰ ਜਾਂਦਾ ਮੈਨੂੰ ਵੀ ਸਰਦਾਰ ਜੀ ਕਹਿੰਦੇ ਨੇ, ਅੰਮ੍ਰਿਤਧਾਰੀ ਨੂੰ ਵੀ ਸਰਦਾਰ ਜੀ ਕਹਿੰਦੇ ਨੇ। ਸਾਡਾ ਮਹਾਂਦਰਾ ਸਿੱਖ ਨਹੀਂ। ਜਿਹੜੀ ਅਸੀਂ ਦਸਤਾਵੇਜ਼ ਲਿਖਦੇ ਹਾਂ, ਅਸੀਂ ਆਪਦੇ ਆਪ ਨੂੰ ਸਿੱਖ ਜੱਟ ਲਿਖਦੇ ਹਾਂ। ਸਿੱਖ ਹੁੰਦਾ ਕਿਵੇਂ ਹੈ? ਵੈਸੇ ਤੁਹਾਨੂੰ ਮੈਂ ਇੱਕ ਜੇ ਫਿਲੋਸਫੀ ਦੇ ਤੌਰ 'ਤੇ ਦੱਸਣਾ ਹੋਵੇ, ਸਿੱਖ ਤੇ ਕਮਿਊਨਿਸਟਾਂ ਦਾ ਫਰਕ ਹੀ ਨਹੀਂ, ਬਹੁਤ ਥੋੜ੍ਹਾ ਫਰਕ ਹੈ। ਵਿਚਾਰਧਾਰਕ ਦੇ ਆਧਾਰ 'ਤੇ, ਸਿਧਾਂਤਾਂ ਦੇ ਆਧਾਰ 'ਤੇ ਜੋ ਭਗਤ ਰਵਿਦਾਸ ਨੇ ਕਿਹਾ, ਐਸਾ ਚਾਹੂੰ ਰਾਜ ਮੈਂ ਮਿਲੇ ਸਭੀ ਕਿਉਂ ਆਨ। ਇਹ ਗੱਲ ਕਮਿਊਨਿਸਟ ਥਿਊਰੀ ਵਾਲਾ ਕੀ ਕਹਿੰਦੀ ਹੈ? ਵੀ ਅਸੀਂ ਵੀ ਤਾਂ ਇਹ ਕਹਿੰਦਾ ਵੀ ਸਾਰਿਆਂ ਨੂੰ ਰਜਮੀ ਰੋਟੀ ਮਿਲਣੀ ਚਾਹੀਦੀ ਹੈ, ਬਰਾਬਰਤਾ ਹੋਣੀ ਚਾਹੀਦੀ ਹੈ, ਕਾਣੀ ਵੰਡਣੀ ਹੋਣੀ ਚਾਹੀਦੀ ਹੈ। ਬਾਬੇ ਨਾਨਕ ਨੇ ਵੀ ਕਿਹਾ ਰਾਜੇ ਸੀ ਮੁਕੱਦਮ ਕੁੱਤੇ। ਇਹ ਵਿਚਾਰਾਂ ਦਾ, ਇਹ ਤਾਂ ਬੰਦਿਆਂ ਦਾ ਰੌਲਾ ਹੈ। ਇੱਥੇ ਕੋਈ ਸਿੱਖ ਵਰਸਸ ਕਮਿਊਨਿਸਟ ਦੀ ਲੜਾਈ ਨਹੀਂ ਹੈ। ਇਹ ਇੱਕ ਅੰਦੋਲਨ ਨੂੰ ਪਾੜਨ ਦੀ ਖਾਤਰ, ਅੰਦੋਲਨ 'ਤੇ ਸੱਟ ਮਾਰਨ ਦੀ ਖਾਤਰ, ਬੀਜੇਪੀ ਦਾ ਪੱਖ ਪੂਰਨ ਦੀ ਖਾਤਰ ਇਹ ਇੱਕ ਪ੍ਰਚਾਰ ਮੁਹਿੰਮ ਮਿੱਥ ਕੇ ਚੁਣਤੀ ਹੋਈ ਹੈ। ਤੁਸੀਂ ਦੇਖੋ, ਜੇ ਮੈਂ ਪੰਜਾਬ ਦੀ ਗੱਲ ਕਰ ਦੂੰ, ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਕਿਸਾਨੀ ਅੰਦੋਲਨ 'ਚ ਹੈ। ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਠੁੱਸ ਹੋਈਆਂ ਪਈਆਂ, ਉਹਨਾਂ ਦੀ ਹੋਂਦ ਨੂੰ ਖਤਰਾ ਹੈ। ਉੱਥੋਂ ਉੱਠੀ ਹੋਈ ਗੱਲ ਹੈ ਇਹ। ਪਰ ਇਹ ਜਿਵੇਂ ਤੁਸੀਂ ਅੱਜ ਸਟੇਜ ਤੇ ਵੀ ਇੱਕ ਦੋ ਗੱਲਾਂ ਕੀਤੀਆਂ ਵੀ ਪੋਲੀਟੀਕਲ ਪਾਰਟੀ ਵੀ ਕੱਢਣ ਦੇ ਇਰਾਦੇ ਸੀਗੇ ਕਈ ਲੋਕਾਂ ਦੇ, ਉਹਨਾਂ ਨੇ ਹਾਈਜੈਕ ਕਰਨ ਦੀ। ਤੁਸੀਂ ਅੱਜ ਸਟੇਜ ਤੇ ਜਿਵੇਂ ਕੀਤਾ ਵੀ ਪਹਿਲਾਂ ਕੋਸ਼ਿਸ਼ ਕੀਤੀ ਹੈ ਨਾ, ਉਹ 'ਚ ਫਿਰ ਲੀਡਰਾਂ ਦੀ ਐਂਟਰੀ ਹੁੰਦੀ ਹੈਗੀ, ਕਿ ਉਹੀ ਧਿਰ ਇਹਨੂੰ ਅੱਗੇ ਵਧਾਉਂਦੀ ਹੈ। ਇਹ ਨੇ ਇੱਕ ਜਿੰਨੀਆਂ ਮੈਂ ਗੱਲਾਂ ਕਹੀਆਂ ਨੇ ਸਟੇਜ ਤੋਂ, ਤੱਥਾਂ ਵਾਲੀਆਂ ਨੇ, ਬਕਾਇਦਾ ਰਿਕਾਰਡ ਉਹਦੇ ਵਿੱਚ। ਇਹ ਗੱਲਾਂ ਉਹਨੇ ਕਹੀਆਂ ਹੋਈਆਂ, ਦੀਪ ਸਿੱਧੂ ਦੀਆਂ ਕਹੀਆਂ ਹੋਈਆਂ ਗੱਲਾਂ ਨੇ। ਉਹਨੇ ਪਾਰਟੀ ਦੀ ਗੱਲ ਕੀਤੀ ਹੋਈ ਹੈ। ਕਰ ਲੈਣ, ਸਾਨੂੰ ਇਤਰਾਜ਼ ਨਹੀਂ ਉਹਨਾਂ ਦੇ, ਕਿਸੇ ਦੇ ਵੀ ਇਤਰਾਜ਼ ਨਹੀਂ। ਕੋਈ ਪਾਰਟੀ ਬਣਾ ਸਕਦਾ ਆਪਦੀ, ਪਰ ਉਹ ਲੁਕੋਵੇ ਨਾ, ਪੜਦਾ ਨਾ, ਕੱਪੜੇ ਸਾਡੇ ਪਾ ਕੇ ਕਿਸਾਨੀ ਦੀ ਓਟ ਲੈ ਕੇ, ਕਿਸਾਨੀ ਦੇ ਪੜਦੇ ਪਾ ਕੇ ਕਿਸਾਨੀ ਨੂੰ ਤੋੜਨ ਦੀ ਕੋਸ਼ਿਸ਼ ਕਰੇ। ਹੁਣ ਅਸੀਂ ਅੰਦੋਲਨ ਲੜ ਰਹੇ ਹਾਂ। ਸਾਡੇ ਨਾਲ ਜੇ ਸਹਿਯੋਗ ਕਰਨਾ ਹੈ ਤਾਂ ਸਹਿਯੋਗ ਕਰਨ ਦੇ ਤਰੀਕੇ ਬਹੁਤ ਨੇ। ਤੁਸੀਂ ਵੀ ਸਾਡਾ ਸਹਿਯੋਗ ਕਰ ਰਹੇ ਹੋ, ਦਿਨ ਰਾਤ ਸਾਡੇ ਨਾਲ ਫਿਰਦੇ ਹੋ, ਨਾਲੇ ਤੁਸੀਂ ਰੁਜ਼ਗਾਰ ਕਰ ਰਹੇ ਹੋ, ਆਪਦੇ ਬੱਚੇ ਵੀ ਪਾਲ ਰਹੇ ਹੋ, ਨਾਲ ਤੁਸੀਂ ਆਪਦੀ ਡਿਊਟੀ ਵੀ ਕਰ ਰਹੇ ਹੋ, ਅਤੇ ਸਾਡੇ ਨਾਲ ਹਮਦਰਦੀ ਪ੍ਰਗਟ ਕਰਕੇ ਰਾਤ ਨੂੰ ਵੀ ਆਉਂਦੇ ਹੋ, ਮੀਂਹ 'ਚ ਵੀ ਆਉਂਦੇ ਹੋ, ਜਦੋਂ ਡਾਂਗਾ ਭਰਨਗੇ ਉਦੋਂ ਵੀ ਆਓਗੇ, ਜਦੋਂ ਅਥਰੂ ਕਿਸੇ ਦੇ ਕੋਲੇ ਸਿੱਟਣਗੇ ਉਦੋਂ ਵੀ ਤੁਸੀਂ ਹੁੰਦੇ ਹੋ। ਕਈ ਵਾਰੀ ਤੁਹਾਨੂੰ ਨਹੀਂ ਸਾਹ ਆਉਂਦਾ, ਅਸੀਂ ਦੇਖਿਆ।
ਇਹ ਜਾਣੀ ਇਹ ਕੰਮ ਕਰਨ 'ਚ ਸਹਿਯੋਗ ਦਾ ਇੱਕ ਤਰੀਕਾ ਹੁੰਦਾ ਹੈ। ਜੇ ਸੱਚਮੁੱਚ ਉਹ ਤਾਕਤਾਂ ਜਿਹੜੀਆਂ ਤਾਕਤਾਂ ਇਹ ਕਹਿੰਦੇ ਸਿੱਖ ਵਰਸਸ ਕਮਿਊਨਿਸਟ ਵਾਲੀ ਗੱਲ ਤਾਂ ਇੱਥੇ ਕਿਸੇ ਵੀ ਸਟੇਜ ਤੋਂ ਤੁਹਾਨੂੰ ਦੇਖਣ ਨੂੰ ਮਿਲੂਗੀ ਹੀ ਨਹੀਂ। ਜਾਣੀ ਇਹ ਗੱਲ ਤਾਂ ਕਦੇ ਜਥੇਬੰਦੀਆਂ ਦੇ ਵਿੱਚ ਵੀ ਨਹੀਂ ਉੱਠੀ, ਜਿੰਨੀ ਉੱਥੇ ਅਸੀਂ 500 ਜਥੇਬੰਦੀ ਹੈ ਉੱਥੇ ਵੀ ਨਹੀਂ ਉੱਠੀ। ਸਾਨੂੰ ਕਮਿਊਨਿਸਟ ਦੇ ਭਲਾ ਕਿਸੇ ਕਮਿਊਨਿਸਟ ਤੇ ਸਾਨੂੰ ਕੀ ਇਤਰਾਜ਼ ਹੈ, ਸਾਨੂੰ ਕਿਸੇ ਸਿੱਖ ਤੇ ਕੀ ਇਤਰਾਜ਼ ਹੈ ਜਦੋਂ ਸਾਡੀ ਇਸ ਗੱਲ ਦੇ ਨਾਲ ਉਹ ਸਹਿਮਤ ਹੈ, ਜਦੋਂ ਕਾਨੂੰਨਾਂ ਦੇ ਖਿਲਾਫ ਲੜਾਈ 'ਚ ਸਾਡੇ ਨਾਲ ਮੋਢਾ ਲਾ ਕੇ ਖੜ੍ਹਾ ਕੋਈ। ਉਹ ਸਿੱਖ ਹੈ ਕਿ ਮੁਸਲਮਾਨ ਹੈ ਸਾਨੂੰ ਕੀ, ਉਹਦਾ ਕਿਹੜਾ ਧਰਮ ਹੈ ਅਸੀਂ ਕਿਉਂ ਪੁੱਛੀਏ, ਉਹਦੀ ਕਿਹੜੀ ਜਾਤ ਅਸੀਂ ਕਿਉਂ ਪੁੱਛੀਏ। ਉਹ ਸਾਡੇ ਕਾਨੂੰਨਾਂ ਦੀ ਲੜਾਈ ਦੇ ਵਿੱਚ ਸਾਡੇ ਬਰਾਬਰ ਖੜ੍ਹਾ ਹੈ, ਸਾਡਾ ਤਾਂ ਭਰਾ ਹੈ। ਅਸੀਂ ਤਾਂ ਛਾਤੀ ਨਾਲ ਲਾਉਂਦੇ ਹਾਂ। ਸਾਡੇ ਤੁਸੀਂ ਦੇਖਿਆ ਹੋਣਾ ਉੱਥੇ ਇੱਕ ਬਾਬਾ ਹੈ, ਨਿਹੰਗਾ ਹੈ ਬਾਬਾ, ਉਹਨੇ ਕੋਈ ਮਾਂ ਦੇ ਪੁੱਤ ਨੇ ਦਿਨ ਮਿਸ ਹੀ ਨਹੀਂ ਕੀਤਾ, ਉੱਥੇ ਬੈਠਾ ਹੁੰਦਾ ਸਾਰਾ ਦਿਨ, ਝੰਡਾ ਸਾਡਾ ਫੜਿਆ ਹੋਇਆ। ਕਮਿਊਨਿਸਟ ਇੱਕ ਵਿਚਾਰ ਹੈ, ਸਿੱਖ ਇੱਕ ਧਰਮ, ਇੱਕ ਧਰਮ, ਸਿੱਖ ਇੱਕ ਧਰਮ ਹੈ, ਕਮਿਊਨਿਸਟ ਇੱਕ ਵਿਚਾਰ ਹੈ। ਮੈਂ ਕਮਿਊਨਿਸਟ ਹਾਂ, ਮੈਂ ਸਿੱਖ ਨਹੀਂ ਹੋ ਸਕਦਾ। ਮੈਂ ਅੰਮ੍ਰਿਤ ਛਕ ਲਾਂ ਹੁਣ, ਮੈਨੂੰ ਕੀ ਕਹਿਣਗੇ ਭਲਾ, ਫਰਜ਼ ਕਰ ਲਓ ਮੇਰੀ ਭਗਤ ਸਿੰਘ ਦੀ ਵਿਚਾਰਧਾਰਾ ਹੈ, ਮੈਂ ਭਗਤ ਸਿੰਘ ਦੀ ਵਿਚਾਰਧਾਰਾ ਦਾ ਧਾਰਨੀ ਹਾਂ। ਮੈਂ ਕੱਲ੍ਹ ਨੂੰ ਅੰਮ੍ਰਿਤ ਛਕ ਲਾਂ, ਮੈਨੂੰ ਸਿੱਖ ਮੰਨਣਗੇ ਨਹੀਂ, ਉਹ ਮੰਨਣਗੇ, ਫਿਰ ਕੀ ਬਣ ਗਿਆ, ਬਣ ਕੀ ਗਿਆ ਫਿਰ, ਉਹ ਮਿਟ ਗਈ। ਫਿਰ ਸਿੱਖ ਵਰਸਸ ਕਮਿਊਨਿਸਟ ਦੀ ਲੜਾਈ ਇਸ ਗੱਲ ਨਾਲ ਮਿਟਦੀ ਜੇ ਮੈਂ ਕੱਲ੍ਹ ਅੰਮ੍ਰਿਤ ਛਕ ਲਾਂ। ਮੇਰੀ ਬੇਟੀ ਹੈ, ਉਹਨੇ ਅੰਮ੍ਰਿਤ ਛਕਿਆ ਹੋਇਆ, ਉਹ ਕਮਿਊਨਿਸਟ ਦੀ ਬੇਟੀ ਹੈ, ਹੁਣ ਹਟ ਗਈ ਉਹ ਕਮਿਊਨਿਸਟ ਦੀ ਬੇਟੀ, ਹੁਣ ਸਿੱਖਾਂ ਦੀ ਬੇਟੀ ਬਣ ਗਈ ਉਹ। ਇਸ ਕਰਕੇ ਇਹ ਪ੍ਰਚਾਰ ਹੈ ਜਿਹੜਾ ਇਹ ਖਾਮਖਾ ਬਦਨਾਮ ਕਰਨ ਤੇ ਲੜਾਈ ਪਾ ਕੇ ਫੁੱਟ ਪਾਉਣ ਦੀ, ਲੋਕਾਂ ਨੂੰ ਇਹ ਜਿਹੜੇ ਨੌਜਵਾਨ ਹਿੱਸੇ ਨੂੰ ਗੁੰਮਰਾਹ ਕਰਨ ਦੀ ਖਾਤਰ ਇਹ ਕੀਤਾ ਹੋਇਆ। ਐਂ ਤਾਂ ਨਹੀਂ, ਐਂ ਤਾਂ ਹੁੰਦਾ। ਪਰ ਇੱਕ ਗੱਲ ਇਹ ਵੀ ਪ੍ਰਚਾਰੀ ਜਾਂਦੀ ਆ, ਹਾਲਾਂਕਿ ਅਸੀਂ ਤਾਂ ਬਹੁਤ ਇੱਥੇ ਵੀ ਨੌਜਵਾਨਾਂ ਨਾਲ ਗੱਲ ਕਰਦੇ ਹਾਂ, ਪੰਜਾਬ 'ਚ ਬੈਠੇ ਆ ਉਹ ਵੀ ਸਾਡੀ ਆ, ਜੇ ਕੋਈ ਕਿਤੇ ਵੀ ਆ ਹੈ ਨਾ, ਇੱਥੇ ਵੀ ਨੌਜਵਾਨੀ ਬਹੁਤ ਹੈ, ਕੋਈ ਇਹੋ ਜਿਹੀ ਗੱਲ ਨਹੀਂ ਵੀ ਇੱਥੇ ਸੋਡੇ ਨਾਲੋਂ ਜਾਂ ਇੱਥੇ ਕੋਈ ਧਰਨੇ ਦੇ ਵਿੱਚ ਲੋਕ ਟੁੱਟੇ ਪਿਆ, ਪਰ ਪ੍ਰਚਾਰਿਆ ਇਹ ਜਾ ਰਿਹਾ ਵੀ ਨੌਜਵਾਨ ਜਥੇਬੰਦੀਆਂ ਨਾਲ ਹੈ ਨਹੀਂ। ਦੇਖੋ, ਨੌਜਵਾਨਾਂ ਤੋਂ ਬਗੈਰ ਜਥੇਬੰਦੀਆਂ ਨਹੀਂ ਚੱਲਦੀ, ਪਰ ਨੌਜਵਾਨ ਦਾ ਕੋਈ ਇੱਕ ਠੇਕੇਦਾਰ ਹੋਵੇ ਇਹ ਨਹੀਂ ਹੈ। ਕੋਈ ਇਹ ਕਹਿ ਸਕਦਾ ਹੋਵੇ ਪੂਰੀ ਪੰਜਾਬੀ ਦਾ ਮੈਂ, ਪੂਰੀ ਨੌਜਵਾਨੀ ਦਾ ਮੈਂ ਵਾਰਸ ਹਾਂ। ਜੇ ਕੋਈ ਇਸ ਗੱਲ ਦੀ ਗਰੰਟੀ ਕਰਦਾ ਬਾਈ ਤੂੰ ਲੱਭ ਲਿਆ, ਜੇ ਤੂੰ ਕੋਈ ਨੌਜਵਾਨੀ ਦੀ ਗਰੰਟੀ ਕਰਦਾ ਵੀ ਸਾਰੀ ਨੌਜਵਾਨੀ ਮੇਰੇ ਨਾਲ ਹੈ, ਗਲ 'ਚ ਪੱਲੂ ਪਾ ਕੇ ਪੈਰੀਂ ਹੱਥ ਲਾ ਕੇ ਅਸੀਂ ਉਹਦੇ ਮਗਰ ਲੱਗਾਂਗੇ ਬਾਈ, ਲਿਆ ਦੇ ਇੱਕ, ਲਿਆ ਦੇ। ਅਸੀਂ ਇੱਥੋਂ ਅੰਦੋਲਨ ਕਰਨ ਚੱਲੀਏ ਦਿੱਲੀ ਨੂੰ, ਵੀ ਨਾਕਾ ਤੋੜਨਾ, ਸਾਡੇ ਮੂਰਲੇ ਪਾਸੇ ਨੌਜਵਾਨੀ ਡਾਂਗਾਂ ਲਈ ਅਤੇ ਬੰਦੂਕਾਂ ਲਈ ਖੜੀ ਹੁੰਦੀ, ਉਹ ਵੀ ਨੌਜਵਾਨੀ ਨੇ, ਫੌਜ ਵੀ ਨੌਜਵਾਨ ਨੇ, ਜਿਹਨੇ ਡਾਂਗਾਂ ਮਾਰ ਕੇ 29 ਤਰੀਕ ਨੂੰ ਗਾਜੀਪੁਰ 'ਤੇ ਅਟੈਕ ਕੀਤਾ ਉਹ ਨੌਜਵਾਨੀ ਸੀ, ਜਿਨ੍ਹਾਂ ਨੇ ਟਰੈਕਟਰ ਮਾਰਚ ਕੀਤਾ ਕਾਨੂੰਨਾਂ ਦੇ ਪੱਖ 'ਚ ਬੀਜੇਪੀ ਦੇ ਕਹੇ ਤੋਂ, ਉਹ ਵੀ ਨੌਜਵਾਨੀ ਸੀ। ਕਿੱਥੇ ਨਹੀਂ ਹੈਗੇ ਨੌਜਵਾਨ, ਕਿਹੜੀ ਜਮਾਤ ਕੋਲੇ ਨਹੀਂ ਨੌਜਵਾਨ, ਬੰਦਵਾਸ਼ਾਂ ਕੋਲੇ, ਬਲੈਕੀਆਂ ਕੋਲੇ, ਗੁੰਡਿਆਂ ਕੋਲੇ, ਸਿਆਸੀ ਗਰੋਹਾਂ ਕੋਲੇ, ਕਿਹਦੇ ਕੋਲੇ ਨੇ ਨੌਜਵਾਨ ਬਾਈ। ਇੱਕ ਠੇਕੇਦਾਰ ਕਿਵੇਂ ਬਣ ਗਿਆ ਕੋਈ, ਇਹੀ ਕਿਹਾ ਜਾਂਦਾ ਵੀ ਦੀਪ ਸਿੱਧੂ ਕੋਲ ਹੀ ਨੌਜਵਾਨ ਨੇ ਸਾਰੇ, ਇਹ ਕਦੇ ਨਹੀਂ ਹੁੰਦੇ। ਨੌਜਵਾਨਾਂ ਦੇ ਵਿਚਾਰ ਵੀ ਜਦੋਂ ਤੁਹਾਡੇ ਤੇ ਮੇਰੇ ਵਿਚਾਰ ਨੇ, ਕਿਸੇ ਨੂੰ ਦੀਪ ਸਿੱਧੂ ਚੰਗਾ ਲੱਗਦਾ ਹੋ, ਕਿਸੇ ਨੂੰ ਡੱਕਾ ਸਧਾਣਾ ਚੰਗਾ ਲੱਗਦਾ ਹੋ, ਕਿਸੇ ਨੂੰ ਜਥੇਬੰਦੀਆਂ ਚੰਗੀਆਂ ਲੱਗਦੀਆਂ ਨੇ, ਕਿਸੇ ਨੂੰ ਸੁਖਬੀਰ ਬਾਦਲ ਚੰਗਾ ਲੱਗਦਾ, ਕਿਸੇ ਨੂੰ ਬੀਜੇਪੀ ਦੀ ਸਿਆਸਤ ਚੰਗੀ ਲੱਗਦੀ ਹੈ। ਅੱਡ ਅੱਡ ਵਿਚਾਰਾਂ ਦੇ ਲੋਕ ਨੇ, ਅੱਡ ਅੱਡ ਵਿਚਾਰਾਂ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਹੈ, ਇਹਨੂੰ ਇੱਕ ਨੇ ਤਾਂ ਕੋਈ ਇਹਦਾ ਨਹੀਂ ਮਾਲਕ ਨਹੀਂ ਬਣ ਸਕਦਾ। ਮੇਰਾ ਆਖਰੀ ਸਵਾਲ ਹੈਗਾ, ਮੈਨੂੰ ਪਤਾ ਤੁਸੀਂ ਅੱਗੇ ਮੀਟਿੰਗ ਤੇ ਜਾਣਾ, ਅੱਜ ਵੀ ਜੇ ਇੰਨਾ ਸਮਾਂ ਬੀਤਣ ਦੇ ਬਾਵਜੂਦ, ਅੱਜ 28 ਤਰੀਕ ਹੈ ਜਿਸ ਸਮੇਂ ਆਪਾਂ ਗੱਲ ਕਰ ਰਹੇ ਹਾਂ, ਅੱਜ ਵੀ ਜੇ 26 ਦਾ ਜ਼ਿਕਰ ਕਰਨਾ ਪਿਆ, ਕਿ 26 ਨੇ ਅੰਦੋਲਨ ਨੂੰ ਬਹੁਤ ਢਾਹ ਲਾਈ ਹੈ ਜਿਹੜੀ ਹਜੇ ਤੱਕ ਰਿਕਵਰ ਨਹੀਂ ਹੋ ਸਕੀ। ਰਿਕਵਰ ਤਾਂ ਤੀਜੇ ਦਿਨ ਹੀ ਹੋ ਗਏ ਬਾਈ, ਰਿਕਵਰ ਤਾਂ ਤੀਜੇ ਦਿਨ ਹੋ ਗਏ। ਦੁਬਾਰਾ ਨਾ ਢਾਹ ਲੱਗ ਜੇ, ਉਹ ਤੋਂ ਸੁਚੇਤ ਕਰ। ਕਿਹੜੀਆਂ ਗੱਲਾਂ ਦਾ ਫਿਰ ਖਿਆਲ ਰੱਖਣਾ? ਉਹਨਾਂ ਗੱਲਾਂ ਦਾ ਖਿਆਲ ਰੱਖੇ ਵੀ ਜੇ ਕੋਈ ਬੰਦਾ ਜਥੇਬੰਦੀਆਂ, ਹੁਣ ਜਿਵੇਂ ਤੁਸੀਂ ਆਹ ਕਹੇ ਆਹ ਸਿੱਖ ਵਰਸਸ ਕਮਿਊਨਿਸਟ ਵਾਲੀ ਗੱਲ ਹੈ, ਇਹ ਤਿਆਰੀ ਹੈ ਢਾਹ ਲਾਉਣ ਦੀ। ਜੇ ਕੋਈ ਬੰਦਾ ਇਹ ਕਹਿੰਦਾ ਵੀ ਜੇ ਲੀਡਰੋ ਤੁਸੀਂ ਕਾਨੂੰਨ ਰੱਦ ਕਰਾਏ ਤੋਂ ਬਗੈਰ ਮੁੜੇ, ਤੁਹਾਡੇ ਨਾਲ ਸੰਤ ਹਰਚੰਦ ਵਾਲੀ ਬਣੂਗੀ। ਸੰਤ ਹਰਚੰਦ ਸਿੰਘ ਦੇ ਸਟੇਜ 'ਤੇ ਗੋਲੀ ਮਾਰ ਕੇ ਡਿੱਗਿਆ ਸੀ। ਇਹਦਾ ਮਤਲਬ ਵੀ ਜੇ ਸਾਡੇ ਕੋਲੋਂ ਕਾਨੂੰਨ ਨਾ ਵਾਪਸ ਕਰਵਾਏ ਗਏ ਸਾਰੇ, ਫਿਰ ਅਸੀਂ ਤਿਆਰ ਹੋਈਏ ਗੋਲੀ ਦਾ ਨਿਸ਼ਾਨਾ ਬਣਨ ਨੂੰ, ਉਹਨਾਂ ਦਾ ਮਾਰਨਗੇ ਸਾਨੂੰ।
ਫਿਰ 2 ਸਾਲ ਆ ਲੱਤਾਂ ਘੜੀਸ ਕੇ ਮਰ ਕੇ ਸਰਕਾਰ ਦਾ ਜਬਰ ਝੱਲ ਕੇ ਮਰਨ ਨਾਲੋਂ ਅਸੀਂ ਕੱਲ ਨੂੰ ਅੰਦੋਲਨ ਖਤਮ ਕਰਕੇ ਕਿਉਂ ਨਾ ਕਹਦੇ ਵੀ ਯਾਰ ਸਾਡਾ ਤਾਂ ਕਰੋ ਕਲਿਆਣ। ਕੀ ਨੇ ਭਲਾ ਇਹ ਗੱਲਾਂ ਭਾਈ? ਇਹ ਸਰਕਾਰ ਨੂੰ ਬਲ ਦਿੰਦੀਆਂ ਨੇ, ਇਹ ਜਥੇਬੰਦੀਆਂ ਦਾ ਪੱਖ ਪੂਰਦੀਆਂ ਨੇ ਕਿ ਇਹ ਸਰਕਾਰ ਦੇ ਪੱਖ ਪੂਰਦੀਆਂ ਨੇ? ਇਹ ਗੱਲਾਂ ਦੱਸਿਓ। ਕੀ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਿੱਛੇ ਬੈਠੀਆਂ ਨੇ ਸਾਡੀਆਂ, ਜਿਹੜੀਆਂ ਸਾਡੇ ਹਮਦਰਦੀ ਕਰਦੀਆਂ ਨੇ ਝੂਠ, ਜਿਨ੍ਹਾਂ ਦੇ ਹੁਣ ਢਿੱਡ ਪੀੜ ਹੋ ਰਹੀ ਹੈ ਵੀ ਜਦੋਂ 2022 ਦੇ ਵਿੱਚ ਕਬੂਤਰ ਤਾਂ ਸਾਡੇ ਉੱਡ ਗਏ, 2022 'ਚ ਸਾਡੇ ਲੋਕਾਂ ਦੇ ਮਗਰ ਨਹੀਂ ਲੱਗਿਆ ਜੇ ਕਿਸਾਨ ਅੰਦੋਲਨ ਕਾਮਯਾਬ ਹੋ ਗਿਆ। ਸਾਡੀਆਂ ਨਹੀਂ ਗੱਲਾਂ ਸੁਣਨੀਆਂ ਇਹਨਾਂ ਨੇ। ਪੋਲੀਟੀਕਲ ਪਾਰਟੀਆਂ ਦੇ ਜਾਲ 'ਚ ਨਹੀਂ ਫਸਦੇ ਫਿਰ ਵੀ ਸਾਡੇ ਜਾਲ 'ਚੋਂ ਤਾਂ ਨਿਕਲ ਗਏ ਇਹ। ਜੇ ਇਹ ਅੰਦੋਲਨ ਫੇਲ ਹੁੰਦਾ ਹੈ ਫਿਰ ਉਹਨਾਂ ਦੇ ਪੱਖ 'ਚ ਕਿਸਾਨਾਂ ਨੂੰ ਰੱਜ ਕੇ ਬਦਨਾਮ ਕੋਸ-ਕੋਸ ਕੇ ਕੁੱਟਣਗੇ ਤੇ ਇਹਨਾਂ ਦੇ ਵਿੱਚੋਂ ਆਪਦਾ ਹਿੱਸਾ ਲੈ ਜਾਣਗੇ ਵੰਡ ਕੇ, ਸਾਡੇ ਹੱਥ ਖਾਲੀ ਹੋ ਜਾਣਗੇ। ਆਹ ਖੇਡ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਜੋਗਿੰਦਰ ਸਿੰਘ ਅਗਰਾਹਾਂ। ਗੱਲਬਾਤ ਇਹੀ ਆ ਵੀ ਜਿਹੜਾ ਮੋਰਚਾ ਗਾ ਸਾਰਿਆਂ ਦਾ ਮਕਸਦ ਹੀ ਆਪਣਾ ਇੱਕ ਆ ਕਿ ਕਿਸਾਨੀ ਨੂੰ ਜਿਹੜਾ ਉਹਨੇ ਇੰਨਾ ਸੰਤਾਪ ਝੱਲਿਆ, ਇੰਨਾ ਸੰਘਰਸ਼ ਕੀਤਾ, ਉਹ ਕਿਸੇ ਚੰਗੇ ਪਾਸੇ ਲੱਗੇ। ਤਾਂ ਫਿਰ ਬੜੀ ਲੋੜ ਆ ਕਿ ਸਾਨੂੰ ਅਸੀਂ ਇਕਜੁੱਟ ਹੋ ਕੇ ਤੇ ਜੋ ਵੀ ਸਾਨੂੰ ਵੰਡਦਾ ਹੈ, ਜੋ ਵੀ ਸਾਨੂੰ ਤੋੜਦਾ ਹੈ, ਉਹ ਤੋਂ ਪਰੇ ਹੋ ਗਏ ਯਾਰ। ਬਸ ਇੱਕ ਹੀ ਨਿਸ਼ਾਨਾ ਰੱਖਗੇ ਕਿ ਆ ਬਿੱਲ ਆ ਜਿਹੜੇ ਇਹ ਵਾਪਸ ਹੋਣ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ।